ਹੈਲੋ ਵੈਲਕਮ ਟੂ ਦਾ ਵਰਡ ਆਫ ਪੋਜ਼ਿਟਿਵ ਵਾਈਬ YouTube ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ। ਅੱਜ ਮੈਂ ਇੱਕ ਛੋਟਾ ਜਿਹਾ ਟੌਪਿਕ ਲੈ ਕੇ ਆਇਆ ਹਾਂ ਅਤੇ ਟੌਪਿਕ ਜ਼ਰੂਰ ਛੋਟਾ ਹੈ ਪਰ ਥੋੜ੍ਹਾ ਜਿਹਾ ਕੰਪਲੀਕੇਟਿਡ ਹੈ। ਠੀਕ ਹੈ, ਮੈਮਰੀ ਦੇ ਰਿਗਾਰਡਿੰਗ ਆਪਾਂ ਪਹਿਲਾਂ ਮੈਮਰੀਆਂ ਪੜ੍ਹੀਆਂ, ਮਤਲਬ ਰੈਮ ਪੜ੍ਹ ਲਿਆ, ਰੋਮ ਪੜ੍ਹ ਲਿਆ, ਰੋਮ ਦੀਆਂ ਟਾਈਪਸ ਪੜ੍ਹ ਲਈਆਂ, ਸੈਕੰਡਰੀ ਮੈਮਰੀਆਂ ਪੜ੍ਹ ਲਈਆਂ, ਆਪਟੀਕਲ ਸਟੋਰੇਜ ਪੜ੍ਹ ਲਈਆਂ। ਠੀਕ ਹੈ, ਤਾਂ ਇਹ ਇੱਕ ਛੋਟਾ ਜਿਹਾ ਟੌਪਿਕ ਮੈਂ ਛੱਡਿਆ ਤਾਂ ਸੀ ਕਿਉਂਕਿ ਇਹਦੇ ਵਿੱਚ ਕਨਫਿਊਜ਼ਨ ਬਹੁਤ ਕ੍ਰੀਏਟ ਹੁੰਦੀ ਹੈ। ਪਰ ਕੁਛ ਬੱਚਿਆਂ ਦੇ ਕਮੈਂਟ ਆਏ ਸੀ, ਕੁਝ ਦੇ ਪਰਸਨਲ ਮੈਸੇਜ ਵੀ ਆਏ ਸੀ ਕਿ ਕਿਹੜੀ ਮੈਮਰੀ ਫਾਸਟ ਹੁੰਦੀ ਹੈ ਭਾਈ, ਕੈਸ਼ੇ ਹੁੰਦੀ ਆ, ਰਜਿਸਟਰ ਹੁੰਦੀ ਆ, ਹਾਰਡ ਡਿਸਕ ਹੁੰਦੀ ਆ, ਪ੍ਰਾਇਮਰੀ ਮੈਮਰੀ ਹੁੰਦੀ ਆ, ਸੈਕੰਡਰੀ ਹੁੰਦੀ ਆ। ਅੱਜ ਦਾ ਟੌਪਿਕ ਜਦੋਂ ਤੁਸੀਂ ਵੀਡੀਓ ਦੇਖ ਲਓਗੇ ਤੁਹਾਨੂੰ ਸਭ ਕੁਝ ਕਲੀਅਰ ਹੋ ਜਾਊਗਾ ਰਾਜੇ। ਅੱਜ ਤੋਂ ਬਾਅਦ ਤੁਸੀਂ ਕਦੇ ਨਹੀਂ ਭੁੱਲੋਗੇ ਕਿਹੜੀ ਮੈਮਰੀ ਫਾਸਟ ਆ, ਕਿਹੜੀ ਸਲੋ ਹੈ। ਠੀਕ ਹੈ, ਤਾਂ ਚਲੋ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ ਰਾਜੇ। ਜਿਨ੍ਹਾਂ ਨੇ ਪਹਿਲਾਂ ਕੰਪਿਊਟਰ ਦੀ ਮੈਮਰੀ ਵਾਲੀ ਵੀਡੀਓ ਨਹੀਂ ਦੇਖੀ ਉਹ ਡਿਸਕ੍ਰਿਪਸ਼ਨ ਦੇ ਵਿੱਚ ਦੇਖ ਲਓ, ਕਿਉਂਕਿ ਮੈਮਰੀ ਵਾਲੀ ਵੀਡੀਓ ਦੇਖੋਗੇ ਉਸ ਤੋਂ ਬਾਅਦ ਹੀ ਇਹ ਕਲੀਅਰ ਹੋਊਗਾ ਟੌਪਿਕ। ਡਾਇਰੈਕਟ ਦੇਖੋਗੇ ਨਹੀਂ ਕਲੀਅਰ ਹੋਊਗਾ, ਮੇਰੀ ਗਰੰਟੀ ਹੈ। ਤੁਸੀਂ ਪਹਿਲਾਂ ਮੈਮਰੀ ਵਾਲੀ ਵੀਡੀਓ ਦੇਖ ਕੇ ਆਇਓ। ਅਤੇ ਜਿਹੜੀ ਅੱਜ ਦੀ ਵੀਡੀਓ ਆ ਭਾਈ ਇਹ ਪਟਵਾਰੀ ਵਾਸਤੇ, ਬੈਂਕ PO ਵਾਸਤੇ, ਵਾਰਡ ਅਟੈਂਡੈਂਟ ਵਾਸਤੇ, ਸਭ ਪੇਪਰਾਂ ਵਾਸਤੇ ਇੰਪੋਰਟੈਂਟ ਹੈ। ਕਿਤੋਂ ਵੀ ਕੁਝ ਵੀ ਪੁੱਛਿਆ ਜਾ ਸਕਦਾ ਹੈ ਨਾ। ਤਾਂ ਇੱਕ ਡੂੰਘਾ ਸਮੁੰਦਰ ਹੈ ਅਤੇ ਇਹਦੇ ਵਿੱਚ ਤਾਰੀਆਂ ਲਾਉਣੀਆਂ ਪੈਣੀਆਂ ਆਪਾਂ ਨੂੰ। ਚਲੋ ਜੀ, ਅੱਜ ਦਾ ਟੌਪਿਕ ਆਪਾਂ ਸਟਾਰਟ ਕਰਦੇ ਹਾਂ, ਕੈਸ਼ੇ ਮੈਮਰੀ। ਹੁਣ ਤੁਹਾਨੂੰ ਮੈਂ ਦੱਸ ਦਿੰਦਾ ਕੁਐਸਚਨ ਆਉਂਦੇ ਕਿਵੇਂ ਆ। ਕੁਐਸਚਨ ਘੁਮਾ ਫਿਰਾ ਕੇ ਵੀ ਆ ਸਕਦਾ, ਕੁਐਸਚਨ ਸਿੱਧਾ ਵੀ ਆ ਸਕਦਾ। ਠੀਕ ਹੈ, ਉਹ ਪੇਪਰ ਦਾ ਲੈਵਲ ਡਿਪੈਂਡ ਕਰਦਾ ਤੁਹਾਡੀ ਕਿਸ ਤਰ੍ਹਾਂ ਦੀ ਪੋਸਟ ਤੁਸੀਂ ਭਰੀ ਹੋਈ ਹੈ। ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਦਾ ਲੋਐਸਟ ਮੈਮਰੀ ਇਨ ਹਾਇਰਾਰਕੀ। ਲੋਐਸਟ ਦਾ ਮਤਲਬ ਕਿ ਸਭ ਤੋਂ ਲੋਐਸਟ। ਠੀਕ ਹੈ, ਤਾਂ ਸਭ ਤੋਂ ਲੋਐਸਟ ਹੁੰਦੀ ਹੈ ਭਾਈ, ਤੁਹਾਨੂੰ ਮੈਂ ਦੱਸ ਦਿੰਦਾ ਰੈਮ, ਕਿਉਂਕਿ ਠੀਕ ਹੈ ਸਭ ਤੋਂ ਫਾਸਟ ਹੁੰਦੀ ਹੈ ਰਜਿਸਟਰ। ਠੀਕ ਹੈ, ਉਸ ਤੋਂ ਸੈਕਿੰਡ ਹੁੰਦੀ ਹੈ ਕੈਸ਼ੇ, ਥਰਡ 'ਤੇ ਹੁੰਦੀ ਹੈ ਰੈਮ, ਅਤੇ ਲਾਸਟ 'ਤੇ ਹੋਊਗੀ ਇਹ ਸੈਕੰਡਰੀ ਮੈਮਰੀ। ਹੁਣ ਕਈ ਕਹਿਣਗੇ ਵੀ ਭਾਈ ਕੈਸ਼ੇ ਜ਼ਿਆਦਾ ਫਾਸਟ ਹੁੰਦੀ ਹੈ, ਰਜਿਸਟਰ ਨਹੀਂ ਹੁੰਦਾ ਗਾ। ਉਹ ਤੁਹਾਨੂੰ ਅੱਜ ਦੀ ਵੀਡੀਓ ਜਦੋਂ ਦੇਖ ਲਓਗੇ ਨਾ, ਤੁਸੀਂ ਅੱਜ ਦੀ ਵੀਡੀਓ ਦੇਖ ਲਓਗੇ ਸਭ ਕੁਝ ਕਲੀਅਰ ਹੋ ਜਾਊਗਾ। ਠੀਕ ਹੈ, ਕੈਸ਼ੇ ਕਿਉਂ ਫਾਸਟ ਹੁੰਦੀ ਹੈ, ਰਜਿਸਟਰ ਕਿਉਂ ਫਾਸਟ ਹੁੰਦੀ ਹੈ, ਕਿੱਥੇ ਰਜਿਸਟਰ ਫਾਸਟ ਹੁੰਦਾ, ਕਿੱਥੇ ਕੈਸ਼ੇ ਫਾਸਟ ਹੁੰਦਾ, ਸਾਰਾ ਕੁਝ ਅੱਜ ਕਲੀਅਰ ਹੋ ਜਾਊਗਾ ਅੱਜ ਦੀ ਵੀਡੀਓ ਦੇਖ ਕੇ। ਓਕੇ ਜੀ, ਹੁਣ ਦੇਖੋ ਇੱਕ ਕੁਐਸਚਨ ਹੋਰ ਆਇਆ ਹੋਇਆ, ਆਹ ਦੇਖੋ। ਕਹਿੰਦਾ ਵਟ ਇਜ਼ ਦਾ ਹਾਈ ਸਪੀਡ ਮੈਮਰੀ ਬਿਟਵੀਨ ਮੇਨ ਮੈਮਰੀ ਐਂਡ CPU। ਹੁਣ ਇੱਥੇ ਰਜਿਸਟਰ ਵੀ ਪਿਆ, ਕੈਸ਼ੇ ਵੀ ਪਿਆ। ਮੈਂ ਤੁਹਾਨੂੰ ਹੁਣੇ ਬੋਲਿਆ ਰਜਿਸਟਰ ਫਾਸਟ ਹੈ, ਲੇਕਿਨ ਇੱਥੇ ਆਨਸਰ ਕੀ ਆਊਗਾ, ਕੈਸ਼ੇ ਮੈਮਰੀ, ਕਿਉਂਕਿ ਉਹਨਾਂ ਨੇ ਇੱਕ ਲਾਈਨ ਐਡ ਕਰਤੀ। ਅਗਰ ਸਿੱਧਾ ਪੁੱਛ ਲੈਂਦੇ ਵਟ ਇਜ਼ ਦਾ ਹਾਈ ਸਪੀਡ ਮੈਮਰੀ ਬਿਟਵੀਨ ਇਨ ਦਾ ਫੋਲੋਇੰਗ, ਮਤਲਬ ਇਹਨਾਂ ਚਾਰਾਂ ਦੇ ਵਿੱਚੋਂ ਪੁੱਛ ਲੈਂਦੇ ਫਿਰ ਤਾਂ ਰਜਿਸਟਰ ਆਉਣੀ ਸੀਗੀ। ਲੇਕਿਨ ਹੁਣ ਕੈਸ਼ੇ ਆ ਗਈ ਕਿਉਂਕਿ ਉਹਨੂੰ ਕੀ ਪੁੱਛਿਆ, ਮੇਨ ਮੈਮਰੀ ਐਂਡ CPU ਦੇ ਵਿਚਕਾਰ ਜਿਹੜੀ ਮੈਮਰੀ ਹੁੰਦੀ ਆ ਉਹਨੂੰ ਬੋਲਦੇ ਆ ਕੈਸ਼ੇ ਮੈਮਰੀ। ਠੀਕ ਹੈ, ਤਾਂ ਥੋੜ੍ਹੀ ਜਿਹੀ ਕਨਫਿਊਜ਼ਨ ਨਹੀਂ ਹੋਏਗੀ। ਮਤਲਬ ਜ਼ਿਆਦਾਤਰ ਪੇਪਰਾਂ ਦੇ ਵਿੱਚ ਕੁਐਸਚਨ ਕੀ ਆ, ਪੁਰਾਣੇ ਰਿਪੀਟ ਹੁੰਦੇ ਆ, ਤਾਂ ਕੈਸ਼ੇ ਮੈਮਰੀ ਹੀ ਜ਼ਿਆਦਾ ਪੁੱਛਿਆ ਜਾਂਦਾ। ਰਜਿਸਟਰ ਤਾਂ ਬਹੁਤ ਘੱਟ ਪੁੱਛਦੇ ਆ। ਲੇਕਿਨ ਅੱਜ ਮੈਂ ਵੀਡੀਓ ਦੇ ਵਿੱਚ ਦੋਨੇ ਲੈ ਕੇ ਆਇਆ। ਰਜਿਸਟਰ ਦੇ ਉੱਪਰ ਕਿਹੜਾ ਕੁਐਸਚਨ ਆਉਂਦਾ ਹੈ, ਰਜਿਸਟਰ ਦੇ ਉੱਪਰ ਇਹ ਨਹੀਂ ਪੁੱਛਣਗੇ ਕਿ ਇਹ ਮੈਮਰੀ ਫਾਸਟ ਹੈ ਜਾਂ ਨਹੀਂ ਹੈ, ਸਿਰਫ ਕੈਸ਼ੇ 'ਤੇ ਪੁੱਛਣਗੇ ਕਿਹੜੀ ਫਾਸਟ ਹੈ, ਤਾਂ ਹਮੇਸ਼ਾ ਉਹਦਾ ਆਨਸਰ ਕੈਸ਼ੇ ਹੀ ਹੁੰਦਾ। ਅਤੇ ਰਜਿਸਟਰ 'ਤੇ ਕਿਹੜਾ ਆਨਸਰ ਪੁੱਛਦੇ ਆ ਉਹ ਵੀ ਕੁਐਸਚਨ ਮੈਂ ਲੈ ਕੇ ਆਇਆ ਜਿਹੜਾ ਵਾਰ ਰਿਪੀਟ ਹੁੰਦਾ। ਠੀਕ ਹੈ ਜੀ, ਚਲੋ ਆਪਾਂ ਪਹਿਲਾਂ ਕਰਦੇ ਹਾਂ ਕੈਸ਼ੇ ਮੈਮਰੀ ਹੁੰਦੀ ਕੀ ਹੈ। ਠੀਕ ਹੈ, ਹੁਣ ਕੀ ਹੁੰਦਾ ਕਿ ਮੰਨ ਲਓ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਵਾਰੀ ਸਿੰਪਲ ਦੇਸੀ ਪੰਜਾਬੀ ਦੇ ਵਿੱਚ। ਮੰਨ ਲਓ ਇੱਕ ਡੱਬਾ ਹੈ, ਬਾਕਸ ਹੈ ਮੇਰਾ, ਇੱਥੇ ਮੇਰੀਆਂ ਕਿਤਾਬਾਂ ਪਈਆਂ, ਇੱਥੇ ਕੀ ਪਈਆਂ, ਮੇਰੀਆਂ ਬੁੱਕਸ ਪਈਆਂ, ਇੱਥੇ ਖੜ੍ਹਾ ਮੈਂ। ਠੀਕ ਹੈ, ਅਤੇ ਮੈਂ ਇਹ ਕਿਤਾਬਾਂ ਚੱਕ ਕੇ ਇੱਥੇ ਸਾਈਡ 'ਤੇ ਰੱਖਣੀਆਂ। ਮੈਂ ਕੀ ਕਰਦਾ, ਪਹਿਲਾਂ ਜਾਂਦਾ ਇੱਥੋਂ ਇੱਕ ਬੁੱਕ ਚੱਕੀ, ਫਿਰ ਲੈ ਕੇ ਆਉਣਾ ਇਹਦੇ ਵਿੱਚ, ਫਿਰ ਇੱਥੋਂ ਸੈੱਟ ਕਰਕੇ ਅੱਗੇ ਲੈ ਕੇ ਜਾਂਦਾ, ਫਿਰ ਇੱਥੋਂ ਇੱਕ ਬੁੱਕ ਚੱਕੀ, ਫਿਰ ਲੈ ਕੇ ਆਉਣਾ, ਫਿਰ ਸੈੱਟ ਕਰਕੇ ਜਾਣਾ। ਮੇਰਾ ਟਾਈਮ ਕਿੰਨਾ ਵੇਸਟ ਹੋ ਰਿਹਾ। ਮੈਂ ਕੀ ਕਰੂੰਗਾ, ਇੱਥੇ ਸਾਰੀਆਂ ਇਕੱਠੀਆਂ ਬੁੱਕ ਚੱਕ ਲੂੰਗਾ, ਇਕੱਠੀਆਂ ਬੁੱਕ ਚੱਕ ਕੇ ਇੱਥੇ ਇੱਕ ਟੇਬਲ ਰੱਖ ਲੂੰਗਾ, ਇੱਥੇ ਕੀ ਰੱਖ ਲੂੰਗਾ, ਇੱਕ ਬਾਕਸ ਰੱਖ ਲੂੰਗਾ, ਟੇਬਲ ਰੱਖ ਲੂੰਗਾ, ਸਟੂਲ ਰੱਖ ਲੂੰਗਾ, ਕੁਛ ਵੀ ਕਹਿ ਲਓ। ਉਹ ਕਿਤਾਬਾਂ ਜਿਹੜੀਆਂ ਮੈਨੂੰ ਚਾਹੀਦੀਆਂ ਸਾਰੀਆਂ ਮੈਂ ਚੱਕ ਕੇ ਇੱਕ ਵਾਰੀ ਇੱਥੇ ਰੱਖ ਲਈਆਂ। ਇੱਥੇ ਮੈਂ ਫਿਰ ਕੀ ਕਰੂੰਗਾ, ਉਹਨਾਂ ਨੂੰ ਚੱਕ ਕੇ ਰੱਖੀ ਜਾਊਂਗਾ, ਇੱਥੇ ਚੱਕੂੰਗਾ। ਹੁਣ ਦੇਖੋ ਕਿਹੜੀ ਚੀਜ਼ ਨੇੜੇ ਆ ਮੇਰੇ, ਆਹ ਵਾਲਾ ਬਾਕਸ ਨੇੜੇ ਆ। ਕੰਮ ਤਾਂ ਉਹੀ ਕੀਤਾ ਨਾ, ਮੈਂ ਪਹਿਲਾਂ ਚੱਕ ਕੇ ਕਿੱਥੇ ਲੈ ਆਇਆ, ਇੱਥੇ ਲੈ ਆਇਆ, ਫਿਰ ਇੱਥੋਂ ਕੀ ਜਲਦੀ ਫਾਸਟ ਮੈਂ ਚੱਕ ਲਈਆਂ, ਮੇਰਾ ਕੰਮ ਕੀ ਹੋ ਗਿਆ, ਫਾਸਟ ਹੋ ਗਿਆ। ਹੁਣ ਭਾਈ ਇਹੀ ਗੱਲ ਹੈਗੀ ਆ ਕੈਸ਼ੇ ਮੈਮਰੀ ਦੇ ਵਿੱਚ। ਕੈਸ਼ੇ ਮੈਮਰੀ 'ਚ ਕੀ ਹੁੰਦਾ ਰਾਜੇ, ਆਹ ਹੁੰਦੀ ਹੈ ਸੈਕੰਡਰੀ ਮੈਮਰੀ ਜਿਹਨੂੰ ਤੁਸੀਂ ਬੋਲਦੇ ਆ ਹਾਰਡ ਡਿਸਕ। ਠੀਕ ਹੈ, ਅਤੇ ਇਹ ਹੁੰਦਾ ਆਪਣਾ ਰੈਮ ਜਿਹੜੀ ਮੇਨ ਮੈਮਰੀ ਹੁੰਦੀ ਆ। ਹੁਣ ਰੈਮ ਕੀ ਕਰਦਾ, ਜਦੋਂ ਆਪਾਂ ਕੰਪਿਊਟਰ ਸਟਾਰਟ ਕਰਦੇ ਹਾਂ ਰੈਮ ਬਿਲਕੁਲ ਖਾਲੀ ਹੁੰਦਾ। ਇਹਦੇ ਵਿੱਚ ਕੀ ਹੁੰਦਾ, ਆਪਰੇਟਿੰਗ ਸਿਸਟਮ। ਕੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਨਾ, ਸਭ ਤੋਂ ਪਹਿਲਾਂ ਪ੍ਰੋਗਰਾਮ ਕਿਹੜਾ ਲੋਡ ਹੁੰਦਾ, ਆਪਰੇਟਿੰਗ ਸਿਸਟਮ। ਜਿਨ੍ਹਾਂ ਨੇ ਮੇਰੀਆਂ ਵੀਡੀਓ ਦੇਖੀਆਂ ਉਹਨਾਂ ਨੂੰ ਪਤਾ ਹੋਊਗਾ। ਠੀਕ ਹੈ, ਜਦੋਂ ਬਾਇਓਸ ਸੈਟਿੰਗ ਲੋਡ ਹੁੰਦੀਆਂ ਇਹਦੇ ਉੱਪਰ ਸਭ ਤੋਂ ਪਹਿਲਾਂ ਆਪਰੇਟਿੰਗ ਸਿਸਟਮ ਆ ਜਾਂਦਾ। ਹੁਣ ਮੰਨ ਲਓ ਕੋਈ ਫਾਈਲ ਇੱਥੇ ਪਈ ਆਪਣੀ, ਹੈ ਨਾ, ਫਾਈਲਾਂ ਪਈਆਂ। ਸੈਕੰਡਰੀ ਮੈਮਰੀ 'ਚ ਕੀ ਹੁੰਦਾ, ਪਰਮਾਨੈਂਟ ਸਟੋਰੇਜ ਹੁੰਦੀ ਆ, ਇੱਥੇ ਫਾਈਲਾਂ ਪਈਆਂ। ਹੁਣ ਮੰਨ ਲਓ ਮੈਂ 1 ਨੰਬਰ ਫਾਈਲ ਲੈ ਆਇਆ, ਹੈ ਨਾ, ਉਸ ਤੋਂ ਬਾਅਦ ਮੈਂ 2-3 ਫਾਈਲਾਂ ਹੋਰ ਚਲਾਉਣੀਆਂ। ਤਾਂ ਮੈਂ ਕੀ ਕਰੂੰਗਾ ਅਗਰ ਮੈਂ ਕੰਮ ਜਲਦੀ ਕਰਨਾ ਤਾਂ ਮੈਂ ਇੱਥੇ ਇਹਨਾਂ ਦੋਵਾਂ ਦੇ ਵਿਚਕਾਰ ਇੱਕ ਛੋਟੀ ਜਿਹੀ ਮੈਮਰੀ ਹੁੰਦੀ, ਸਾਈਜ਼ ਘੱਟ ਹੁੰਦਾ ਲੇਕਿਨ ਸਪੀਡ ਫਾਸਟ ਹੁੰਦੀ ਆ। ਮੈਂ ਕੀ ਚੱਕ ਕੇ ਕਰੂੰਗਾ, ਫਾਈਲਾਂ ਇੱਥੇ ਰੱਖ ਲੂੰਗਾ ਜਿਹੜੀਆਂ ਮੈਨੂੰ ਪਤਾ ਮੈਂ ਵਾਰ ਯੂਜ਼ ਕਰਨੀਆਂ। ਤਾਂ ਤੁਹਾਨੂੰ ਪਤਾ ਕਿ ਰੈਮ ਦੇ ਵਿੱਚ ਇੱਕ ਟਾਈਮ 'ਤੇ ਇੱਕ ਹੀ
फाइल रह सकती है। तो मान लो मैंने पहली फाइल चलाई, ਇਹਦਾ ਕੰਮ खत्म हो गया, इत्थे रखती मैं क्योंकि मैंने दोबारा फिर चाहिए आ, फिर मैं दूजी चलाती, दूजी फिर चक के बाहर रखती, पहला नहीं फिर ले आया। तो मतलब जी फाइल मैंने पता है कि मैं दोबारा यूज़ करनी है, जे मैं दोबारा इत्थे रख के आऊँगा फिर इत्थों लैके आऊँगा तो मेरा की होगा एक्सैस टाइम होंदा राजे जिहड़ा आपां टाइम आपां नूं फाइल नूं सैकेंडरी मैमरी तो रैम तक लैके जान च लगदा, उन्होंने बोलते हैं एक्सैस टाइम। तो अपना एक्सैस टाइम ज़्यादा लगता है, ठीक है। समझ लो कि इन विचकार मतलब इन बिटवीन मेन मैमरी रैम तो सैकेंडरी मैमरी हार्ड डिस्क के विचकार एक छोटी जी मैमरी रख ली, जिहदे की है बार चीज़ जी यूज़ होनी मेरी, उन्होंने मैं उत्थे रख लिया तो उन्होंने मैं जल्दी की करूँगा असैस करूँगा। हम पहले समझ लो, थ्योरी पढ़ लो, क्लीयर हो जाऊगा थोनों, है ना। आ देखो की लिखा होया, कहता कैशे मैमरी इज़ ए स्मॉल साइज टाइप ऑफ वोलेटाइल मैमरी। वोलेटाइल तुहानूं पता सारिਆਂ ਨੂੰ, वोलेटाइल का मतलब होंदा डिलीट हो जाना, जो मान लो पावर ऑफ कर दूंगा मैं कंप्यूटर की, कि डाटा की हो जाऊगा डिलीट हो जाऊगा। कहता वोलेटाइल मैमरी कहता इन कंप्यूटर मैमरी दैट प्रोवाइड हाई स्पीड डाटा असैस। हाई स्पीड डाटा असैस मतलब डाटा नूं आपां लैके आउणा बहुत जल्दी कि रैम दे विच टू द रैम दे विच, ते रैम तो बाद कित्थे जाऊगा प्रोसैसर नूं की करूगा प्रोसैस करूगा टू द प्रोसैसर एंड द स्टोर फ्रीकुएंटली यूज्ड कंप्यूटर प्रोग्राम। की यूज़ कर सकता है कंप्यूटर प्रोग्राम, एप्लीकेशनस हो गई, डाटा हो गया, ठीक है। कहता इट स्टोर एंड रिटेन डाटा ओनली अंटिल कंप्यूटर इज़ पावर्ड अप। पावर्ड अप का मतलब कि जब तक मेरे कंप्यूटर के विच लाइट हैगी, मैं उन्होंने ऑन किया होया तद तक ये की होगा डाटा रहूगा, जो बंद कर दोगे या की हो जाऊगा फिर तो कैशे मैमरी की हो जाऊगी जीरो हो जाऊगी, ये की होगा सारा डाटा लॉस्ट हो जाऊगा। मतलब लॉस्ट का मतलब कि क्लीयर हो जाऊगा, दूजी बार पीसी चलाऊँगे तो दोबारा डाटा ये फिल होगा, ठीक है जी। पहली स्लाइड क्लीयर है। हुण देखो थोड़ा मैं डायग्राम तो समझा दिना राजे। आ देखो ये मेन मैमरी है, मेन मैमरी की होंगी थोड़ा मैं दस्या होया सारिਆਂ ਨੂੰ। मेन मैमरी की होंगी बेटे रैम होंगी है, ये होंगी है, ठीक है। मेन मैमरी रैम हो गई, ठीक है। तो हुण की है मतलब कैशे मैमरी मैं की करती, इन्हां विचकार की रख लिया, कैशे मैमरी रख ली, है ना। CPU के विच तां सारा कुछ ही होंदा है ना, हार्ड डिस्क हो गई, फ्लोपी हो गई, CD हो गई, जो कोई मर्जी हो गया। तो परमानेंट स्टोरेज कितने होगी, हार्ड डिस्क CPU के विच होगी। हुण मैं कोई डाटा लैके जाना तो मैं की करूँगा, कंप्यूटर की करता इक्को दी डुप्लीकेट कॉपी कितने रख लूँगा, कैशे के रख लूँगा, ठीक है। फिर की है जिन्नी बार कंप्यूटर में चाहिए होगा की करूँगा, कैशे तो ले लूँगा, कैशे के स्टोर कर दूँगा, ठीक है। इत्थों ही अंदर लै जाऊगा, इत्थों ही बाहर कढ़ दूँगा। मतलब उन्हें की है इन बिटवीन एक चीज़ रख ली जिहदे विच की है डाटा जल्दी असैस हो जाता। लेकिन ये की है ये लिमिटेशन की है, साइज़ वड्डा नहीं होंदा गा, साइज़ छोटा होंदा, ठीक है। ये की है ज़्यादा वड्डी फाइल नहीं रख सकते आपां। आ देख लो पढ़ लो की होंदा, कहता स्मॉल अमाउंट ऑफ फास्ट मैमरी किहड़ी कैशे कित्थे बैठदी है, सिट्स बिटवीन। कई बार सीधा पुछ लैंदे आ कि CPU ते मेन मैमरी दे विचकार किहड़ी मैमरी हुंदी है, सीधा ही पुछ लैंदे आ। तो किहड़ी हुंदी भाई कैशे मैमरी। कहता कित्थे लोकेट होंदी है, जां तां CPU चिप के उपर होंदी है, जां मदरबोर्ड ते भी हो सकती है, मॉड्यूल ते भी हो सकती है, ठीक है। मॉड्यूल का सारा कुछ यही हो गया। मॉड्यूल ना दो तीन तरह का हो सकता है, ठीक है। वो बहुत डीपली टॉपिक है, सिंपल तुसीं याद रखना कित्थे होंदी है, CPU चिप के उपर होंदी है, ठीक है। इन्हूं चाहे छड्ड दिओ मॉड्यूल नूं, क्योंकि ये अगे पता कि लैवल 1 लैवल 2 लैवल 3 आ जाते हैं कैशे के, वो अपने इन्ना डिटेल च नहीं पढ़ना, वो तो इंजीनियरिंग वास्ते होंदा। आपां तां पेपर क्लीयर करना अपना, सिर्फ बस ये याद रखना कित्थे होंदी है, CPU के उपर होंदी है। CPU के अंदर जो मदरबोर्ड होंदा ना, आ देखो पिछे बनया होया ना, देखो आ मदरबोर्ड की डायग्राम के पिछे बनी हुई है, मैं देखो बैकग्राउंड से लाई हुई है। तो आ प्रोसैसर हो गया, तो इदां की चिप होंदी है बस वो कैशे मैमरी। क्लीयर है भाई कैशे, ठीक है। हुण वर्किंग ऑफ कैशे देख लो, हुण वर्किंग किवें करदी है। कहता पहली गल की करदी है, कहता द CPU इनिशियली लुक इन द कैशे फॉर डाटा। पहला की CPU जो ऑन होगा तो वह कैशे में देखूगा कोई डाटा हैगा कि नहीं हैगा। तो जे तो भाई डाटा हैगा तो उन्होंने की कर लूगा, रिट्रीव कर लूगा, प्रोसैस कर लूगा। जे है नहीं तो की करूँगा, फिर मेन सैकेंडरी मैमरी तो लैके आऊगा डाटा, ठीक है। सैकेंड चीज़ की कहता इफ़ देयर इज़ डाटा इज़ देयर इट विल रिट्रीव इट प्रोसैस इट। अगर हैगा तो उन्होंने की कर लूगा, प्रोसैस कर लूगा। कहता इफ़ द डाटा इज़ नॉट देयर, अगर डाटा है नहीं गा तो की करूँगा, वो कहता पुट ए कॉपी ऑफ द न्यू डाटा इन द कैशे बिफोर प्रोसैसिंग इट। मान लो इतों कोई डाटा लैके आऊगा नवा, तो वो की करूँगा एक कॉपी कितने रख लूगा, कैशे के रख लूगा। कहता की कहता भी नैक्सट टाइम कहता जो भी CPU नीड टू असैस द सेम डाटा अगेन इट विल जस्ट रिट्रीव द डाटा फ्रॉम द कैशे इंस्टेड ऑफ गोइंग थ्रू द होल लोडिंग प्रोसैस। कहता भी अगली बार डाटा चाहिए तो कैशे में लै लूगा, ये नहीं कि दोबारा प्रोसैस सारा दोबारा लैके आऊगा, कि उत्थे चक के इत्थे लैके आऊगा फिर इत्थे लैके आऊगा, ठीक है। क्योंकि उन्हें टाइम ज़्यादा लगता है। तो स्पीड सिर्फ बढ़ाने वास्ते, परफॉर्मेंस बढ़ाने वास्ते सिस्टम की है ना, सिस्टम एफिशेंटली वर्क करे वो वास्ते होंदी है कैशे मैमरी। हुण एक वर्चुअल मैमरी भी होंदी है, ठीक है। वो तो बाद दी गल्लां वर्चुअल भी करा दूंगा, ठीक है। वर्चुअल होंदा जो एक्चुअल च नहीं होंदी, लेकिन आपां नूं लगदी है कि मैमरी होंदी है, ठीक है। वर्चुअल होंदा डुप्लीकेट, ठीक है। हुण कैशे मैमरी समझ आ गई भाई। स्मॉलेस्ट मैमरी हाई स्पीड मैमरी सिट्स बिटवीन CPU एंड मेन मैमरी, द फास्टेस्ट मैमरी अमंग द ऑल द मैमरीज, ठीक है, ठीक है। CPU तो मेन मैमरी के विचकार की गल कर रहे हैं।
रजिस्टर एक अलग चीज़ होंगी है, रजिस्टर एक टैंपरेरी मैमरीज होंगे। थोड़ा मैं दस दिना रजिस्टर का यूज़ होंगे अगली स्लाइड के विच। ठीक है जी, कैशे क्लीयर हो गया। हुण देखो रजिस्टर काहदे वास्ते यूज़ होंदा है, कहता कंप्यूटर इंस्ट्रक्शनस आर एग्जीक्यूटिड सिक्वेंशली वन एट ए टाइम। हुण तुहानूं मैं दस्सिया कि एक टाइम ते एक ही, देखो एक टाइम ते मान लो मेरे को 3-4 फाइलां सीगियां, मैं की कीता जो पीसी चलाया, मान लो मेरा CPU आ, पहले टाइम ते एक फाइल सीगी, ठीक है, ये फाइल मैं इत्थे रख ली, ठीक है, हुण दूजी फाइल है, फिर तीजी फाइल चलूगी, फिर मैं चौथी फाइल चलूगी, सीक्वेंस में चल रही है ना। हुण इहदी इन्फॉर्मेशन कौन रखूगा कि पहले इसने पहली बार चलना है, इन्हें सैकेंड टाइम चलना है, थर्ड चलना है, फोर्थ चलना है, ये चीज़ कौन स्टोर करूगा, रजिस्टर। हुण देखो ये बारे इन्फॉर्मेशन कि किहड़ी चलूगी किहड़ी नहीं चलूगी। ठीक है, पहली लाइन क्लीयर होगी। कहता इट स्टोर इन कंजिक्यूटिव मैमरी लोकेशन। मैमरी लोकेशन का मतलब की है कि मान लो आज एक नंबर फाइल मेरी कित्थे पई आ मैमरी दे विच, सैकेंड नंबर फाइल मेरी कित्थे पई आ, थर्ड नंबर फाइल मेरी कित्थे पई आ। जो मैमरी लोकेशन पता होगी, मैमरी एड्रैस पता होगा, तो ही उन्होंने लैके आऊगा ना फाइल रैम दे विच। थर्ड की कहता कंट्रोल रीड एंड इंस्ट्रक्शन फ्रॉम ए स्पैसिफिक एड्रैस इन द मैमरी एंड एग्जीक्यूटिड। हम मान लो मैंने एड्रैस पता, मैंने पता कि 112 ते एक मेरी फाइल पई आ, जे उन्होंने एड्रैस पता होगा तो ही वो फाइल लैके आऊगा ना रैम दे विच। ठीक है भाई, दैन कहता की कहता दैन इट रीड द नैक्सट इंस्ट्रक्शन। जो मान लो 112 होगी, मान लो इन्हें अगे 114 लैके आनी है, उन्होंने पता है भी +2 करना या +1 करना अगली फाइल। तो कहता जो दैन इट रीड द नैक्सट इंस्ट्रक्शन इन द सीक्वेंस एंड एग्जीक्यूट इट एंड सो ऑन। मतलब जो उन्होंने अगली इंस्ट्रक्शन पता होगी तो ही उन्होंने एग्जीक्यूट करूँगा। जो मैंने पता ही नहीं अगला एड्रैस की है तो मैं फाइल कितों चक के लैके आऊँगा। तो मैंने सारे एड्रैस पता होंगे कि नैक्सट नैक्सट नैक्सट, तो जोड़े एड्रैस पता होंगे आ वो बारे इन्फॉर्मेशन कौन स्टोर करता, रजिस्टर करता। हुण मैं तुहानूं दस दिना वो की हुंदा। एक एग्जाम्पल होर सिंपल समझा देना, अगे पढ़ लो। कहता दिस टाइप ऑफ इंस्ट्रक्शन सीक्वेंस नीड ए काउंटर। हुण मान लो मैं काउंटर तुसीं देखिया ना सारिਆਂ ने, जिवें मान लो 1 2 3 जां आपां देखो कोई एथलैटिक करते हैं है ना, जां कोई साइकलिंग करते हैं तो आप काउंटर यूज़ करते हैं कि आप कितना टाइम लिया। तो जो मान लो कोई बंदे है ना बैंक के अंदर जाना, मान लो है ना आ बैंक का गेट है, इतने बंदियां ने जाना है, तो इतने मान लो भी 5 बंदे खड़े है ना, मतलब 4-5 बंदे खड़े आ, इतने गेट पर एक बंदा खड़ा हो, वो हथ की काउंटर है। जो एक बंदा अंदर चला गया वो कहता 1 काउंटर नप दिंदा, फिर दूजा चला गया 2, फिर 3, फिर 4। मतलब इसका काम की आ काउंटिंग करना। तुसीं शोरूम से जाते होंगे, कई बार तुसीं देखते होंगे वो विजिटर काउंट करते भी साढ़े अज किन्ने बंदे ने विजिट किया शोरूम, है ना। सेम चीज़ इत्थे है, तो काउंटर होंदा, तो काउंटर की काम करता, रजिस्टर की काम करता, काउंटर का काम भी कर सकता। कहता की करता टू कैलकुलेट द एड्रैस ऑफ नैक्सट इंस्ट्रक्शनस आफ्टर द करंट इंस्ट्रक्शनस इज कंप्लीटेड। कि एड्रैस काउंट करता है भी जी करंटली चल रही है वो इंस्ट्रक्शन तो कंप्लीट हो जाऊगी, उस तो बाद अगली किहड़ी आऊगी। ठीक है, अगे की कहता रजिस्टर इन ए कंट्रोल यूनिट। CPU होंदा ना, CPU के विच मैं कल कराया सीगा। ALU होंदा अर्थमैटिक लॉजिक यूनिट। कंट्रोल यूनिट की करता सारा कुछ जो कंट्रोल करता। कहता रजिस्टर इन द कंट्रोल यूनिट इज यूज टू स्टोर द इंस्ट्रक्शन कोड आफ्टर रीड फ्रॉम मैमरी। तो अलग अलग तरह के रजिस्टर होंगे भाई, काफ़ी तरह के। ठीक है, तो हम क्लीयर आ देखो प्रोसैसर रजिस्टर होंदा किहदे वास्ते, मैनुपुलेट डाटा करने वास्ते, प्रोसैसिंग करने वास्ते। रजिस्टर जो मैमरी बारे होल्ड एड्रैस करता है उन्होंने एड्रैस रजिस्टर बोलते हैं। ठीक है, अलग अलग तरह के रजिस्टर होंगे। ठीक है, काफ़ी तरह के मैं थोड़ी एक टेबल के करा देना, अगे मैं कराया होया। ठीक है, हुण टेबल के मैं कराउणा, पहला टेबल देखो, टेबल देखोगे क्लीयर हो जाऊगा। देखो रजिस्टर की टाइप की है DR। ठीक है, नंबर ऑफ बिट्स ये यूज़ करता 16। ये साइज होंदा राजे, इनू बोलते डाटा रजिस्टर। डाटा रजिस्टर की करता मैमरी के ऑपरेंट्स होल्ड करता। जिवें मान लो हुण मैं किया 5+2, इतने ऑपरेंट्स की है मेरा 5 ते 2 ऑपरेंट्स है, तो होल्ड कर लिया मैमरी के ऑपरेंट्स। ऑपरेटर की होंदा जिवें प्लस माइनस डिवाइड लैस दैन इक्वल टू, है ना। ठीक है, अगला हो गया एड्रैस रजिस्टर, ये 12 बिट लैंदा। ये की करूँगा एड्रैस रजिस्टर की करूँगा होल्ड एड्रैस फॉर मैमरी। मान लो कि एड्रैस के उपर की है मेरी फाइल सेव है। AC सब तो ज़्यादा इंपोर्टेंट, वैरी इंपोर्टेंट, पेपर पूछा जाता। ये किन्ने बिट का होंगे भाई 16 बिट का। बिट नहीं पूछी जाएगी, सिर्फ थोड़ी नॉलेज वास्ते है। इनू बोलते हैं अकमूलेटर। की बोलते हैं अकमूलेटर बोलते हैं। एक ही होंगे प्रोसैसर रजिस्टर होंगे। की होंगे प्रोसैसर रजिस्टर। अगला होंगे भाई IR, इनू बोलते हैं इंस्ट्रक्शन रजिस्टर, जो इंस्ट्रक्शन कोड होल्ड करता है। PC होंगे प्रोग्राम काउंटर, जोड़ा की करता काउंट करता होल्ड करता एड्रैस ऑफ नैक्सट इंस्ट्रक्शन का, है ना। TR होंगे टैंपरेरी रजिस्टर, जिहदे विच डाटा कुछ देर वास्ते स्टोर होंगे। INPR होंगे इनपुट रजिस्टर, उवें OUPR होंगे आउटपुट रजिस्टर। इस तरह काफ़ी तरह के रजिस्टर होंगे। हम जो अपने इंपोर्टेंट है तुहानूं मैं दस दिना, अपने एक मैमरी रजिस्टर, एक प्रोसैसर रजिस्टर, तो एक काउंटर, तो अकमूलेटर। ये इंपोर्टेंट ने, ये मैं अगे कराए हुए ने तुहानूं। देखो हुण देखो सब तो ज़्यादा इंपोर्टेंट ये है अपना। कहता इन्ने कंप्यूटर सेंट्रल प्रोसैसिंग यूनिट CPU के विच दी गल कर रहा। कहता कमूलेटर की होंगे। कमूलेटर बहुत बारी पुछदे आ। कमूलेटर की होंगे, कमूलेटर इज ए रजिस्टर इन विच इंटरमीडिएट अर्थमैटिक एंड लॉजिक रिजल्ट आर स्टोर। हुण ठीक है, मान लो हुण मैं दस दिना
ਆਪਾਂ ਤੁਸੀਂ ਬੋਡੋ ਮਾਸ ਰੂਲ ਕਰਦੇ हैं ना, मान लो ਆਪਾਂ x ਦੀ ਵੈਲਿਊ ਦਿੱਤੀ, मान लो x ਦੀ ਵੈਲਿਊ ਦਿੱਤੀ ਇਕੁਅਲ ਟੂ 5 ਪਲੱਸ ਠੀਕ ਹੈ 8 ਡਿਵਾਈਡ ਬਾਈ 4 ਠੀਕ ਹੈ। ਜਦੋਂ ਆਪਾਂ मान लो ਬੋਡੋ ਮਾਸ ਰੂਲ ਲਗਾਇਆ है ना, तो ਬੋਡੋ ਮਾਸ ਦੇ ਵਿੱਚ ਆਪਾਂ ਦੇਖਾਂਗੇ ਸਪੋਜ਼ मान लो ਆਪਾਂ ਸਭ ਤੋਂ ਪਹਿਲਾਂ ਬ੍ਰੈਕਟ ਸੋਲਵ ਕਰਦੇ ਹਾਂ, ਪਹਿਲਾਂ ਆਪਾਂ ਇਹਨੂੰ ਸੋਲਵ ਕਰਾਂਗੇ। ਜਦੋਂ ਆਪਾਂ ਇਹਨੂੰ ਸੋਲਵ ਕੀਤਾ 4 ਡਿਵਾਈਡ ਬਾਈ 8 ਡਿਵਾਈਡ ਬਾਈ 4 ਬਾਈ 2 ਆਂਸਰ ਆ ਗਿਆ। ਤਾਂ 2 ਕੀ ਹੁਣ ਕੁਛ ਦੇਰ ਵਾਸਤੇ 2 ਨੂੰ ਸਟੋਰ ਤਾਂ ਕਰਨਾ ਪਊਗਾ ਨਾ ਕਿਤੇ, ਉਸ ਤੋਂ ਬਾਅਦ ਹੀ ਆਪਾਂ ਅਗਲੀ ਕਰਾਂਗੇ ਨਾ, ਉਸ ਤੋਂ ਬਾਅਦ ਹੀ ਆਪਾਂ ਇਹਨੂੰ ਪਲੱਸ ਕਰਾਂਗੇ। ਤਾਂ ਜਿਹੜੀ ਕੁਛ ਦੇਰ ਵਾਸਤੇ ਆਪਾਂ ਸਟੋਰ ਕਰਨੀ ਆ ਉਹ ਕਿਹਦੇ ਵਿੱਚ ਹੋਊਗਾ, ਅਕਮੂਲੇਟਰ ਦੇ ਵਿੱਚ ਸਟੋਰ ਹੋਊਗਾ। ਜਿਹੜਾ ਇੰਟਰਮੀਡੀਏਟ ਰਿਜ਼ਲਟ ਹੋਊਗਾ, ਇਹ ਪੂਰਾ ਆਂਸਰ ਤਾਂ ਨਹੀਂ ਨਾ ਆਇਆ ਆਪਣਾ, ਅੱਧਾ ਆਂਸਰ ਆਇਆ ਬ੍ਰੈਕਟ ਸੋਲਵ ਕਰਨ ਤੋਂ ਬਾਅਦ। ਪੂਰਾ ਆਂਸਰ ਕਦੋਂ ਆਊਗਾ, ਜਦੋਂ 5 ਦੇ ਵਿੱਚ 2 ਪਲੱਸ ਕਰਾਂਗੇ ਹੈ ਨਾ। ਤਾਂ ਇਹ ਅਕਮੂਲੇਟਰ ਕੀ ਕਰਦਾ, ਕਹਿੰਦਾ ਵਿੱਚ ਸਟੋਰ ਦਾ ਇੰਟਰਮੀਡੀਏਟ ਅਰਥਮੈਟਿਕ ਐਂਡ ਲੌਜੀਕਲ ਰਿਜ਼ਲਟ ਹੈ ਨਾ। ਤਾਂ ਉਹ ਹੋ ਗਿਆ ਅਕਮੂਲੇਟਰ। ਕਹਿੰਦਾ ਵਿਦਾਊਟ ਏ ਰਜਿਸਟਰ ਲਾਈਕ ਐਨ ਅਕਮੂਲੇਟਰ, ਕਹਿੰਦਾ ਕੀ ਹੋਊਗਾ, ਇਟ ਵੁੱਡ ਬੀ ਨੈਸੈਸਰੀ ਟੂ ਰਾਈਟ ਦਾ ਰਿਜ਼ਲਟ ਆਫ ਈਚ ਕੈਲਕੂਲੇਸ਼ਨ। ਜੇ ਮੰਨ ਲਓ ਅਕਮੂਲੇਟਰ ਮੈਂ ਯੂਜ਼ ਨਹੀਂ ਕਰਦਾ ਤਾਂ ਮੈਨੂੰ ਕੀ ਕਰਨਾ ਪਊਗਾ, ਹਰ ਵਾਰੀ ਸਟੋਰ ਕਰਨਾ ਪਊਗਾ, ਹਰ ਵਾਰੀ ਮੈਮਰੀ ਦੇਣੀ ਪਊਗੀ ਕਿਹੜੇ ਜਿਹੜਾ ਇੰਟਰਮੀਡੀਏਟ ਰਿਜ਼ਲਟ ਹੋਊਗਾ। ਕਹਿੰਦਾ ਵਿਦਾਊਟ ਏ ਰਜਿਸਟਰ ਲਾਈਕ ਐਨ ਅਕਮੂਲੇਟਰ ਇਟ ਵੁੱਡ ਬੀ ਨੈਸੈਸਰੀ ਟੂ ਰਾਈਟ ਦਾ ਰਿਜ਼ਲਟ ਆਫ ਈਚ ਕੈਲਕੂਲੇਸ਼ਨ, ਚਾਹੇ ਐਡੀਸ਼ਨ ਕਰਦੇ ਹਾਂ, ਮਲਟੀਪਲੀਕੇਸ਼ਨ ਕਰਦੇ ਹਾਂ, ਸ਼ਿਫਟ ਕਰਦੇ ਹਾਂ, ਕੁਛ ਵੀ ਕਰਦੇ ਹਾਂ, ਟੂ ਦਾ ਮੇਨ ਮੈਮਰੀ perhaps only to be read right back again for use in the next operation। मतलब बार बार उन्होंने स्टोर करना पऊगा सेकेंडरी मैमरी से जाके, तो फिर वापस लैके आना पऊगा। तो देखो किते लैके जाऊगा किते लैके आऊगा, तो कितना टाइम खराब होगा, उन्नी स्पीड की हो जाएगी, घट हो जाएगी। कहता फिर की होगा, कहता असेस टू द मेन मैमरी इज स्लोअर दैन असेस टू द रजिस्टर लाइक द अकमूलेटर। हुण जो आप मेन मैमरी पहुँचांगे ठीक है, जावांगे रैम को जावांगे ਜਾਂ सेकेंडरी मैमरी को जावांगे, अपना टाइम ज़्यादा लगूगा। तो जे आप रजिस्टर को जाना होया, रजिस्टर की होंगी है जो बिल्कुल उपर ही होंगी है, नेड़े होंगी मैमरी, तो वो की हो जाएगी, फास्ट हो जाएगी। ठीक है भाई, रजिस्टर की होंगे फास्ट होंगे। पर यह है कि रजिस्टर जी मैमरी होंगी है, हुण कोई एक क्वेश्चन होर पुछ लेंगे सब तो महंगी मैमरी किहड़ी होंगी है, तो रजिस्टर ही महंगे होंगे भाई। ठीक है, जी बाकी मतलब रजिस्टर जी मैमरी है ना, वो कॉस्ट ज़्यादा होंगी है। ठीक है, ਹੁਣ ਆਵੇ ਗੱਲ ਕਰਦੇ ਆਪਾਂ ਪ੍ਰੋਗਰਾਮ ਕਾਊਂਟਰ ਦੀ। ਪ੍ਰੋਗਰਾਮ ਕਾਊਂਟਰ ਵੀ ਬਹੁਤ ਇੰਪੋਰਟੈਂਟ ਹੈ। ਹੁਣ ਪ੍ਰੋਗਰਾਮ ਕਾਊਂਟਰ ਤੁਹਾਨੂੰ ਮੈਂ ਦੱਸਦਾ ਜਿਹੜਾ ਕਾਊਂਟ ਕਰਦਾ। ਹੁਣ ਪ੍ਰੋਗਰਾਮ ਕਾਊਂਟਰ ਪੜ੍ਹ ਲਓ, ਕਹਿੰਦਾ ਪ੍ਰੋਗਰਾਮ ਕਾਊਂਟਰ ਇਜ਼ ਦ ਰਜਿਸਟਰ ਇਨ ਏ ਕੰਪਿਊਟਰ ਪ੍ਰੋਸੈਸਰ ਦੈਟ ਕੰਟੇਨ ਦਾ ਐਡਰੈਸ ਆਫ ਦਾ ਇੰਸਟਰਕਸ਼ਨ ਬੀਇੰਗ ਐਗਜ਼ੀਕਿਊਟਿਡ ਐਟ ਦਾ ਕਰੰਟ ਟਾਈਮ। ਜਿਹੜੀ ਕਰੰਟ ਟਾਈਮ ਦੇ ਉੱਪਰ ਕੀ ਕਰ ਰਹੀ ਹੈ, ਜਿਹੜੀ ਚੱਲ ਰਹੀ ਹੈ ਇੰਸਟਰਕਸ਼ਨਸ। ਐਜ਼ ਈਚ ਇੰਸਟਰਕਸ਼ਨ ਗੈਟਸ ਫੈਚਡ ਹੁੰਦਾ, ਉਹਦੇ ਵਿੱਚ ਅੰਦਰ ਆਉਣਾ ਹੈ ਨਾ, ਫੈਚ ਕਰਨੀ, ਮਤਲਬ ਮੈਂ ਇਸ ਟਾਈਮ ਚਲਾਤੀ। ਹੁਣ ਮੰਨ ਲਓ ਉਸ ਦਾ ਐਡਰੈਸ ਜਿੰਨਾ ਸੀਗਾ, ਮੰਨ ਲਓ ਉਸ ਦਾ ਐਡਰੈਸ ਸੀਗਾ 112, ਹੁਣ ਉਹਦੇ ਵਿੱਚ +1 ਕਰੀ ਹੋਊਗਾ 113 114 115 है ना। तो जे करंट का एड्रैस मैंने पता होगा तो ही मैं प्लस करूँगा। मान लो मैं 10 इकट्ठियाँ चलानियाँ 112 13 14 15 16 17, तो +1 करी जाऊगा। तो की करता कहना प्रोग्राम काउंटर इंक्रीज इट्स स्टोर्ड वैल्यू बाय 1 आफ्टर ईच इंस्ट्रक्शन इज फैच्ड। द प्रोग्राम काउंट पॉइंट टू द नैक्सट इंस्ट्रक्शनस इन द सीक्वेंस। तो सीक्वेंस के की करूँगा, जो आप मान लो एक लाइन के खड़े हैं, आप मेरा फर्स्ट नंबर है, उस तो अगले का सैकेंड नंबर है, उस तो अगले का थर्ड नंबर है, तो मेरे किन्ने किन्ने प्लस हो रहे, एक बंदा ही प्लस हो रहा है ना। जो मतलब आ मेरी चल रही है इंस्ट्रक्शन प्रोग्राम काउंटर के वो की करूँगा, एक प्लस कर दूंगा, फिर सैकेंड आ जाऊगी, फिर एक प्लस कर दूंगा, थर्ड आ जाऊगी, एक प्लस कर दूंगा, 4 आ जाऊगी। समझ गए भाई। तो पर जे कहता मान लो आप कंप्यूटर में रीस्टार्ट कर देंगे तो की हो जाएगी, वो वैल्यू स्टार्टिंग तो चल पेगा, की हो जाएगी, वैल्यू 0 हो जाएगी। ठीक है भाई, ये होंगे प्रोग्राम काउंटर। 2 ही रजिस्टर इंपोर्टेंट ने, प्रोग्राम काउंटर तो अपना की होता ये 12 बिट का होंगे। देखो पढ़ लो, थोड़ी नॉलेज वास्ते मैं ऐड की हुई हैं। ठीक है भाई, क्लीयर। हुण आ देखो आ क्वेश्चन इन्नी बारी इंपोर्टेंट है, कहता कैशे की होंगी, कहता हैज़ ए ग्रेटर कैपेसिटी दैन रैम। नहीं भाई, रैम तो छोटी होंगी आ। इज़ फास्टर सैस दैन द CPU रजिस्टर। नहीं भाई, CPU रजिस्टर तो नहीं फास्ट होंगी। ठीक है, इज़ ए परमानेंट स्टोरेज। नहीं भाई, फास्टर टू असैस दैन रैम। आ क्लीयर। देखो हुण रजिस्टर तो नहीं होंगी, कि होंगी आ फास्टर टू असैस दैन रैम। तो मतलब रैम के नालों ज़्यादा असैस यदि फास्ट होंगी है। ठीक है, ओके भाई। ਹੁਣ ਨੈਕਸਟ ਦੇਖੋ, ਕਹਿੰਦਾ ਵਿਚ ਮੈਮਰੀ ਯੂਨਿਟ ਹੈ ਜੇ ਲੋਐਸਟ ਅਸੈਸ ਟਾਈਮ। ਹੁਣ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਨਾ, ਰਜਿਸਟਰ ਸਭ ਤੋਂ ਨੇੜੇ ਹੁੰਦੇ ਆ, ਤਾਂ ਅਸੈਸ ਟਾਈਮ ਦਾ ਮਤਲਬ ਕਿ ਕੈਸ਼ੇ ਦਾ ਰੈਮ ਨਾਲੋਂ ਘੱਟ ਹੈ ਤੇ ਕੈਸ਼ੇ ਨਾਲੋਂ ਘੱਟ ਕਿਹਦਾ, ਰਜਿਸਟਰ ਦਾ। ਤੇ ਮਤਲਬ ਕੀ ਹੋ ਗਿਆ, ਰਜਿਸਟਰ ਕੀ ਹੋ ਗਈ, ਸਭ ਤੋਂ ਫਾਸਟ ਮੈਮਰੀ ਹੋ ਗਈ। ਹੁਣ ਦੇਖੋ ਇੱਥੇ ਆਨਸਰ ਦੇਖੋ, ਕੈਸ਼ੇ ਨਹੀਂ ਆਊਗਾ, ਇੱਥੇ ਕੀ ਆਊਗਾ, ਰਜਿਸਟਰ। ਜੇ ਪੁੱਛ ਲੈਂਦੇ ਕਿ ਮੇਨ ਮੈਮਰੀ ਤੇ CPU ਦੇ ਵਿਚਕਾਰ ਕਿਹੜੀ ਫਾਸਟ ਹੈ, ਫਿਰ ਆਉਣਾ ਸੀ ਕੈਸ਼ੇ। क्लीयर भाई। मेरा शायद वीरपल बराड़ जी ने, ਜਾਂ ਕਿਸੇ ਇੱਕ ਸਟੂਡੈਂਟ ਦਾ ਨਾਮ ਨਹੀਂ ਮੈਨੂੰ ਯਾਦ ਆ ਰਿਹਾ, ਉਹਨਾਂ ਨੇ ਕਮੈਂਟ ਕੀਤਾ ਸੀ ਮੈਨੂੰ YouTube ਤੇ, ਬਾਕੀਆਂ ਨੇ ਤਾਂ ਪਰਸਨਲੀ ਮੈਸੇਜ ਕੀਤਾ ਸੀਗਾ। ਤਾਂ ਕਲੀਅਰ ਭਾਈ, ਹੁਣ ਤਾਂ ਨਹੀਂ ਕੋਈ ਕਨਫਿਊਜ਼ਨ ਹੁੰਦੀ ਤੁਹਾਨੂੰ। ਤਾਂ ਕਿਹੜੀ ਮੈਮਰੀ ਫਾਸਟ ਆ, ਰਜਿਸਟਰ ਸਭ ਤੋਂ ਫਾਸਟ ਹੈ, ਉਸ ਤੋਂ ਸੈਕਿੰਡ ਹੈ ਕੈਸ਼ੇ, ਫਿਰ ਰੈਮ। ਠੀਕ ਹੈ, ਕਲੀਅਰ ਭਾਈ। ਹੁਣ ਆ ਦੇਖੋ, ਟੂ ਲੋਡ ਇੰਸਟਰਕਸ਼ਨ ਇਜ਼ ਮੋਸਟਲੀ ਯੂਜ਼ਡ ਦਾ ਡੈਜ਼ਿਗਨੇਟ ਏ ਟਰਾਂਸਫਰ ਫਰੋਮ ਮੈਮਰੀ ਟੂ ਦਾ ਪ੍ਰੋਸੈਸਰ ਰਜਿਸਟਰ ਨੋਨ ਐਜ਼ ਅਕਮੂਲੇਟਰ। ਇਹਦਾ ਆਂਸਰ ਕੀ ਹੈ, ਤੁਹਾਨੂੰ ਮੈਂ ਦੱਸਿਆ ਨਾ, ਜਿਹੜੀ ਇੰਸਟਰਕਸ਼ਨ ਦੇਖੋ ਅਕਮੂਲੇਟਰ ਕੀ ਕਰਦਾ, ਜਿਹਦੇ ਵਿੱਚ ਲੋਡ ਹੁੰਦੀ ਹੈ ਇੰਸਟਰਕਸ਼ਨਸ ਹੈ ਨਾ ਕਰੰਟਲੀ, ਤਾਂ ਅਕਮੂਲੇਟਰ ਕੀ ਕਰਦਾ, ਜਿਹਦੇ ਵਿੱਚ ਸਟੋਰ ਹੁੰਦੀ ਹੈ, ਜਿਹੜੀ ਚੱਲ ਰਹੀ ਹੈ ਕਰੰਟਲੀ ਪ੍ਰੋਸੈਸ ਹੋ ਰਹੀ ਹੈ। ਠੀਕ ਹੈ, ਉਹਨੂੰ ਅਕਮੂਲੇਟਰ ਕਹਿੰਦੇ ਆ। ਹੁਣ ਤੁਸੀਂ ਲਾਸਟ ਆਂਸਰ ਤੁਸੀਂ ਦੇਣਾ ਇਹਦਾ,
ਕਮੈਂਟ ਬਾਕਸ ਦੇ ਵਿੱਚ ਭਾਈ। ਕਹਿੰਦਾ ਵੈਨ ਐਵਰ ਦਾ ਡਾਟਾ ਇਜ਼ ਫਾਊਂਡ ਇਨ ਦਾ ਕੈਸ਼ੇ ਮੈਮਰੀ। ਮੰਨ ਲਓ ਕਹਿੰਦਾ ਕੀ ਹੁੰਦਾ ਕਈ ਵਾਰੀ, ਹੁਣ ਮੰਨ ਲਓ ਕੈਸ਼ੇ ਮੈਮਰੀ ਜਦੋਂ ਪਹਿਲੀ ਵਾਰ CPU ਚੱਲਦਾ ਉਹ ਚੈੱਕ ਕਰਦਾ ਨਾ, ਮਤਲਬ ਪਹਿਲੀ ਵਾਰ ਕੰਪਿਊਟਰ ਚੱਲਦਾ ਵੀ ਕੈਸ਼ੇ ਮੈਮਰੀ 'ਚ ਡਾਟਾ ਹੈਗਾ ਕਿ ਨਹੀਂ ਹੈਗਾ। ਜੇ ਨਹੀਂ ਹੈਗਾ ਤਾਂ ਕੀ ਕਰਦਾ ਉਹ, ਫਿਰ ਡਾਟਾ ਨੂੰ ਲੈ ਕੇ ਆਉਂਦਾ, ਡੁਪਲੀਕੇਟ ਕਾਪੀ ਬਣਾਉਂਦਾ। ਉਹ ਕਹਿੰਦਾ ਵੀ ਜੇ ਮੰਨ ਲਓ ਮੈਮਰੀ ਦੇ ਵਿੱਚ ਕੈਸ਼ੇ ਦੇ ਵਿੱਚ ਡਾਟਾ ਫਾਊਂਡ ਇਨ ਦਾ ਕੈਸ਼ੇ, ਉਹਨੂੰ ਕੀ ਕਹਿੰਦੇ ਆ। ਜੇ ਕੈਸ਼ੇ ਦੇ ਵਿੱਚ ਡਾਟਾ ਉਹਨੂੰ ਪਹਿਲਾਂ ਹੀ ਮਿਲ ਜਾਂਦਾ, ਮਤਲਬ ਉਹਨੂੰ ਲਿਆਉਣ ਦੀ ਜ਼ਰੂਰਤ ਨਹੀਂ ਪੈਂਦੀ, ਉਹਨੂੰ ਕੀ ਕਹਿੰਦੇ, ਹਿੱਟ ਕਹਿੰਦੇ ਆ, ਮਿਸ ਕਹਿੰਦੇ ਆ, ਫਾਊਂਡ ਕਹਿੰਦੇ ਆ, ਐਰਰ ਕਹਿੰਦੇ ਆ। ਠੀਕ ਹੈ, ਟੈਕਨੀਕਲ ਵਰਡ ਆ। ਜੇ ਮੰਨ ਲਓ ਇਹ ਕੁਐਸਚਨ ਦੂਸਰੀ ਤਰ੍ਹਾਂ ਘੁਮਾ ਕੇ ਵੀ ਆ ਸਕਦਾ ਹੈ ਕਿ ਵੈਨ ਐਵਰ ਦਾ ਡਾਟਾ ਇਜ਼ ਨਾਟ ਫਾਊਂਡ, ਤਾਂ ਉਹਨੂੰ ਕੀ ਕਹਿੰਦੇ ਆ। ਤੁਸੀਂ ਸਿਰਫ ਦੱਸਣਾ ਫਾਊਂਡ, ਨਾਟ ਫਾਊਂਡ ਵਾਲਾ ਮੈਂ ਦੱਸ ਦੂੰਗਾ ਬਾਅਦ 'ਚ। ਫਾਊਂਡ ਵਾਲਾ ਤੁਸੀਂ ਆਨਸਰ ਕਰਨਾ ਮੈਨੂੰ ਕਮੈਂਟ ਬਾਕਸ ਦੇ ਵਿੱਚ ਭਾਈ। ਹੁਣ ਕਲੀਅਰ ਹੈ। ਇਹ ਦੇਖੋ ਹੈ ਬਹੁਤ ਸੌਖਾ, ਪਰ ਥੋੜ੍ਹਾ ਜਿਹਾ ਦਿਮਾਗ ਲਾਉਣਾ ਪੈਂਦਾ ਹੈ। ਠੀਕ ਹੈ, ਜੇ ਅੱਜ ਦੀ ਵੀਡੀਓ ਭਾਈ ਵਧੀਆ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਵੀਡੀਓ ਨੂੰ ਲਾਈਕ ਕਰ ਦਿਓ, ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ, ਅਤੇ ਵੱਧ ਤੋਂ ਵੱਧ ਆਪਣੇ ਬੱਚੇ ਇੱਥੇ ਲੈ ਕੇ ਆਓ ਤਾਂ ਜੋ ਆਪਾਂ ਲਾਈਵ ਕਲਾਸਾਂ ਸਟਾਰਟ ਕਰ ਸਕੀਏ। ਧੰਨਵਾਦ। ਹੁਣ ਆਪਾਂ ਨਵੇਂ ਟੌਪਿਕ ਨਾਲ ਮਿਲਾਂਗੇ, ਬਹੁਤ ਵਧੀਆ ਟੌਪਿਕ ਲੈ ਕੇ ਆਵਾਂਗੇ, ਔਰ ਨਾਲ ਹੀ ਆਪਾਂ ਅਕਾਊਂਟ ਦੀ ਇੱਕ ਵੀਡੀਓ ਹੋਰ ਲੈ ਕੇ ਆਵਾਂਗੇ। ਠੀਕ ਹੈ ਜੀ, ਤਦ ਤੱਕ ਧੰਨਵਾਦ। ਸਟੇ ਸੇਫ ਐਟ ਹੋਮ। ਓਕੇ, ਕਰੋਨਾ ਬਹੁਤ ਜ਼ਿਆਦਾ ਵਧਿਆ ਹੋਇਆ, ਆਪਣਾ ਧਿਆਨ ਰੱਖੋ, ਆਪਣੇ ਘਰਦਿਆਂ ਦਾ ਧਿਆਨ ਰੱਖੋ, ਮਾਂ ਬਾਪ ਦਾ ਧਿਆਨ ਰੱਖੋ, ਭੈਣ ਭਰਾਵਾਂ ਦਾ ਧਿਆਨ ਰੱਖੋ। ਵਾਹਿਗੁਰੂ ਸਭ ਦਾ ਭਲਾ ਕਰੇ, ਸਰਬੱਤ ਦਾ ਭਲਾ ਕਰ, ਭਲਾ ਹੋ ਭਲਾ। ਪੰਜਾਬੀ ਮਾਂ ਬੋਲੀ ਜਿੰਦਾਬਾਦ।